بسم اللہ الرحمن الرحیم السلام علیکم ورحمۃ اللہ حق سار ਤੁਹਾਡੀ ਖidਮਤ 'ਚ ਫਿਰ ਹਾਜ਼ਰ ਹੈ ਪ੍ਰੋਗਰਾਮ ਅਸਲ ਗੱਲ ਦੇ ਨਾਲ। ਅੱਜ ਜੁਮਾ 19 ਜੂਨ 2020 ਹੈ ਤੇ ਪਿਛਲੇ ਪ੍ਰੋਗਰਾਮ ਦੇ ਹਵਾਲੇ ਨਾਲ ਹੀ ਮੈਂ ਫਿਰ ਅੱਜ ਇੱਕ ਵਾਰੀ ਫਿਰ ਤੁਹਾਡੀ ਖidਮਤ 'ਚ ਉਹੀ ਮੌਜੂਦ ਅਰਜ਼ ਕਰਾਂਗਾ। ਮੈਂ ਕਹਿੰਦੇ ਨੇ ਕਿ ਜਿਹੜਾ ਆਮ ਤੌਰ ਤੇ ਇੱਕ ਹਰ ਬੰਦੇ ਦੇ ਮੂੰਹ ਵਿੱਚ ਮੌਲਵੀਆਂ ਨੇ ਗੱਲ ਪਾਈ ਹੈ, ਜਿਹੜੇ ਮੁਖਾਲਫੀਨ ਅਹਿਮਦੀਅਤ ਨੇ, ਕਿ ਕਾਦੀਆਨੀਅਤ ਇੱਕ ਫਿਤਨਾ ਹੈ, ਅਹਿਮਦੀਅਤ ਇੱਕ ਫਿਤਨਾ ਹੈ ਜਿਹੜਾ ਮੁਸਲਮਾਨਾਂ ਨੂੰ ਆਪਸ ਲੜਾਉਣ ਵਾਸਤੇ ਅੰਗਰੇਜ਼ਾਂ ਨੇ ਖੜਾ ਕੀਤਾ ਸੀ। ਯਾਰ ਇਹ ਅੰਗਰੇਜ਼ਾਂ ਦੇ ਏਜੰਟ ਨੇ। ਪਰ ਮੈਂ ਜੋ ਕੁਝ ਦੇਖਿਆ ਆਪਣੀ 50 ਸਾਲਾ ਜ਼ਿੰਦਗੀ ਦੇ ਵਿੱਚ, ਮੈਨੂੰ ਜਾਂ ਮੁਤਾਲਿਆ ਕੀਤਾ ਜਾਂ ਇਹਨਾਂ ਲੋਕਾਂ ਨੂੰ ਰਿਹਾ। ਮੈਂ ਇਸ ਲਈ ਅਹਿਮਦੀ ਨਹੀਂ ਕਿ ਮੈਂ ਮਾਂ ਬਾਪ ਅਹਿਮਦੀ ਸੀ, ਮੈਂ ਅਹਿਮਦੀ ਪੈਦਾ ਹੋਇਆ। ਮੈਂ ਅਲਹਮਦੁਲਿਲਾ ਅਹਿਮਦੀ ਦਾ ਮੁਤਾਲਿਆ ਕੀਤਾ, ਇਹਨਾਂ ਲੋਕਾਂ ਦਾ ਮੁਤਾਲਿਆ ਕੀਤਾ, ਅਤੇ ਮੈਨੂੰ ਤਾਂ ਗੱਲ ਉਲਟ ਨਜ਼ਰ ਆਈ। ਹਰ ਗੱਲ ਉਲਟ ਹੈ, ਹਰ ਗੱਲ ਇਸਲਾਮ ਦੇ ਬਿਲਕੁਲ ਐਨ ਮੁਤਾਬਕ ਹੈ। ਮਸਲਨ ਮੈਂ ਇੱਥੇ ਚੰਦ ਇੱਕ ਮਿਸਾਲ ਤੁਹਾਨੂੰ ਦਿੰਦਾ ਕਿ ਲੰਡਨ ਦੇ ਵਿੱਚ ਜਿਸ ਵਕਤ ਪਹਿਲੀ ਮਸਜਿਦ 1924 'ਚ ਤਮੀਰ ਹੋਈ ਹੈ, ਜਿਹਦਾ ਨਾਮ ਮਸਜਿਦ ਫਜ਼ਲ ਲੰਡਨ ਹੈ, ਇਸ ਵੇਲੇ ਲੰਡਨ ਮਸਜਿਦ ਮਾਸਕ ਦੇ ਨਾਂ ਨਾਲ ਮਸ਼ਹੂਰ ਹੈ, ਅਤੇ ਉਹ ਯੂਰਪ ਦੀ ਸਭ ਤੋਂ ਪਹਿਲੀ ਮਸਜਿਦ ਸੀ, ਅਤੇ ਉਹਦਾ ਇਫਤਤਾਹ 1926 'ਚ ਹੋਇਆ। ਅਤੇ ਉਹਦੀ ਈਸਾਈਆਂ ਪਾਦਰੀਆਂ ਨੂੰ ਕਿਤਨੀ ਤਕਲੀਫ ਹੋਈ ਸੀ, ਕਿਉਂਕਿ ਉਸ ਵਕਤ ਉਹ ਪੂਰੀ ਦੁਨੀਆ ਦੇ ਬਾਦਸ਼ਾਹ ਸੀ ਔਰ ਪੂਰੀ ਦੁਨੀਆ ਦੀ ਕਾਨੂੰਨੀ ਸੀ। ਅਤੇ ਇੱਕ ਹਿੰਦੁਸਤਾਨੀ ਮੁਸਲਮਾਨ ਉੱਠ ਕੇ ਜਾ ਕੇ ਇੱਕ ਜਮਾਤ ਉੱਠਦੀ ਹੈ, ਬਾਕੀ ਕਿਸੇ ਨੂੰ ਤੌਫੀਕ ਨਹੀਂ ਲੱਭੀ, ਅਤੇ ਜਾ ਕੇ ਉੱਥੇ ਆਪਣੀ ਇੱਕ ਮਸਜਿਦ ਤਮੀਰ ਕਰਦੀ ਹੈ। ਐਂਡ ਲੰਡਨ ਸ਼ਹਿਰ ਦੇ ਵਿੱਚ ਜਿਹੜਾ ਕੁਫਰ ਦਾ ਮਰਕਜ਼ ਸੀ ਔਰ ਈਸਾਈਅਤ ਦਾ ਗੜ੍ਹ ਸੀ। ਅਤੇ ਉਹ ਚੰਦ ਅਲਫਾਜ਼ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਵਾ ਕਿ ਜਿਹੜੇ ਉਸ ਵਕਤ ਦੀਆਂ ਅਖਬਾਰਾਂ ਵਿੱਚ ਛਾਪੇ ਸੀ, ਉਹਨਾਂ ਦੇ ਬਿਆਨਾਤ ਪਾਦਰੀਆਂ ਦੇ। ਅਤੇ ਉਹ ਪੰਜਾਬੀ ਸਾਡਾ ਮਸਲਾ, ਸਾਡੀ ਉਹਨਾਂ ਨੂੰ ਤਕਲੀਫ ਕਿਤਨੀ ਹੈ, ਮਗਰ ਅਸਲ ਗੱਲ ਹੈ ਕਿ ਕਰਦੇ ਸਾਡਾ ਕੁਝ ਇਸ ਗੱਲੇ ਨਹੀਂ ਕਿ ਸਾਡੀ ਜਮਾਤ ਲੜਾਈ ਝਗੜੇ 'ਤੇ ਯਕੀਨ ਨਹੀਂ ਰੱਖਦੀ। ਮਸਲਨ ਉਹ ਕਹਿੰਦੇ ਕਿ ਬਈ ਗੱਲ ਕਰੋ ਗੱਲ ਨਾਲ, ਜਿਹੜੇ ਪੰਜਾਬੀ 'ਚ ਮਿਸਾਲ ਦਿੰਦੇ ਨਾ ਖਾਨ ਸਿਆਣਿਆਂ ਦਾ, ਗੱਲ ਕਰੋ ਗੱਲ ਨਾਲ ਅਤੇ ਨੱਕ ਵੱਢੋ ਵੱਲ ਨਾਲ। ਸਾਡੇ ਕਹਿੰਦੇ ਗੱਲ ਨਾਲ ਗੱਲ ਕਰੋ। ਔਰ ਮਸਜਿਦ ਉੱਥੇ ਬਣਾਈ ਕਿਉਂ ਸੀ? ਉਹਦੇ ਪਿੱਛੇ ਇਹ ਗੱਲ ਸੀ ਕਿ ਇੱਕ ਵਾਰੀ ਇੱਕ ਬੰਦਾ ਭੱਜਦਾ ਆਇਆ ਕਿਰਿਓ ਮਸੀਹ ਇਸਲਾਮ ਦੀ ਖਿਦਮਤ 'ਚ ਹਾਜ਼ਰ ਹੋਇਆ, ਦਰਵਾਜ਼ਾ ਖੜਕਾਇਆ ਬੜੇ ਬੜੇ ਜ਼ੋਰ ਦਾ, 2-3 ਵਾਰੀ। ਹਜ਼ੂਰ ਉੱਠ ਕੇ ਦਰਵਾਜ਼ਾ ਖੋਲ੍ਹਿਆ ਅਤੇ ਹਾਂਜੀ ਕੀ ਗੱਲ ਪੁੱਛਿਆ, ਅਤੇ ਕਹਿਣ ਲੱਗੇ ਜੀ ਹਜ਼ੂਰ ਫਲਾਣੀ ਜਗ੍ਹਾ ਜਿਹੜਾ ਮਨਾਜ਼ਰਾ ਸੀ ਨਾ, ਜਿਹੜੀ ਬਹਿਸ ਹੋਣੀ ਸੀ, ਉਹ ਅਹਿਮਦੀ ਜਿੱਤ ਗਏ ਨੇ। ਅਤੇ ਹਜ਼ੂਰ ਹੱਸ ਕੇ ਕਹਿੰਦੇ ਮੈਨੂੰ ਸ਼ੱਕ ਸੀ ਤੂੰ ਜਿਸ ਤਰ੍ਹਾਂ ਦਰਵਾਜ਼ਾ ਖਟਕਾਇਆ ਯੂਰਪ ਮੁਸਲਮਾਨ ਹੋ ਗਿਆ। ਯਾਨੀ ਕਿ ਯੂਰਪ ਵਿੱਚ ਇਸਲਾਮ ਦੇ ਨਫਾਜ਼ ਦਾ ਕਿਤਨਾ ਸ਼ੌਕ ਸੀ ਜਵਾਨ ਨੂੰ। ਅਤੇ ਉਹਨਾਂ ਦੀ ਖਵਾਹਿਸ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਿਸ ਅੱਲਾਹ ਤਾਲਾ ਨੇ ਤੌਫੀਕ ਦਿੱਤੀ ਅਤੇ ਜਮਾਤ ਅਹਿਮਦੀਆ ਨੇ ਉੱਥੇ ਆਪਣਾ ਮਰਕਜ਼ ਕਾਇਮ ਕੀਤਾ। ਪਹਿਲਾਂ ਉੱਥੇ ਮਸਜਿਦ ਬਣਾਈ ਯੂਰਪ ਵਿੱਚ, ਲੰਡਨ ਵਿੱਚ। ਉਹ ਤਾਰੀਖ ਅਹਿਮਦੀਅਤ ਜਿਲਦ ਨੰਬਰ 4 ਅਤੇ ਉਸ ਦੇ ਵਿੱਚ ਇਹ ਕਿਤਾਬ ਤਾਰੀਖ ਅਹਿਮਦੀਅਤ ਜਿਲਦ ਨੰਬਰ 4 ਹੈ, ਉਹਦੇ ਸਫਾ ਨੰਬਰ 564 ਅਤੇ 565 ਜਿਹੜਾ ਪੜ੍ਹਨ ਨਾਲ ਤਾਲੁਕ ਰੱਖਦਾ ਹੈ ਕਿ ਉਸ ਵਕਤ ਉਸ ਮਰਕਜ਼ ਦੀ ਕਿਤਨੀ ਉਸ ਵਕਤ ਕੀ ਹੋਈ ਸੀ। ਠੀਕ ਹੈ। ਔਰ ਮਸਲਨ ਤੁਸੀਂ ਈਰਾਨ ਰਹਿ ਜਾਓਗੇ ਕਿ ਇੱਕ ਤਾਂ ਮੇਰਾ ਮਤਲਬ ਹੈ ਕਿ ਬਰਤਾਨਵੀ ਅਖਬਾਰਾਤ ਜਿਹੜੀ ਸੀ ਜਿਸ ਵਕਤ ਦੀ ਇਫਤਤਾਹ ਹੋਇਆ ਸੀ, ਉਹ ਉਸ ਦੀ ਪਹਿਲਾਂ ਕਰੀਏ ਕਿ ਇਫਤਤਾਹ ਕਰਨਾ ਸੀ ਸ਼ਾਹ ਫੈਸਲ ਸਾਹਿਬ ਨੇ, ਮਗਰ ਉਹਨਾਂ ਨੂੰ ਰੋਕ ਦਿੱਤਾ ਗਿਆ ਮੁੱਲਵਾਣੀਆਂ ਦੀ ਤਰਫੋਂ। ਉਹਨਾਂ ਦਾ ਦਬਾਅ ਪਾਇਆ, ਆਖਰ ਤੱਕ ਉਹਨੂੰ ਦੱਸਿਆ ਨਹੀਂ ਕਿ ਮੈਂ ਆ ਰਿਹਾ ਨਹੀਂ ਆ ਰਿਹਾ ਕੀ ਹਿਸਾਬ। ਅਤੇ ਉਹ ਫਿਰ ਜਿਸ ਵਕਤ ਉਹਨਾਂ ਨੂੰ ਇਫਤਤਾਹ ਕੀਤਾ ਮਸਜਿਦ ਦਾ, ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਆਪਣੇ ਐਡਰੈਸ ਵਿੱਚ ਕਿਹਾ کہ مسجد یہ اردو چ الفاظ ہیں، میں چاہنا کہ اردو چی میں پڑھ کے تمہیں سناواں۔ مسجد چونکہ اسلامی تاریخ کا آغاز ہے، نال کہتے ہیں کہ میں ظاہری رسومات کا قائل نہیں، لیکن چونکہ ظاہری رسومات سے اشاعت و شہرت ہوتی ہے لہٰذا ہم ان کو نظر انداز نہیں کر سکتے۔ مسجد چونکہ اسلامی تاریخ کا آغاز ہے، اس لیے اگر ان کی شہرت نہ ہوئی تو یہ محض گمنامی میں رہے گی۔ یہ شہرت افتتاحی رسومات کی اشاعت سے حاصل ہوگی۔ ساتھ ہی
وہ یہ بھی کہتے ہیں کہ میں احمدی فرقہ کا ممبر نہیں، اور میں یہ بھی جانتا ہوں کہ اسلام کے بعض بڑے اور پرانے فرقے اس فرقہ کو پسند نہیں کرتے، اور امیر کی ممانت کی بھی یہی وجہ ہے، یعنی کہ امیر تھی امیر فیصل، اس وقت امیر فیصل ان کہتے سی، شاہ فیصل تو پھر بعد بنے نا بادشاہ۔ وہ نال کی کرنے کہ ایک بندے کوئی شریف آدمی سی، ٹھیک ہے، کہتے کہ اس مسجد کے کام کو فرقہ وارانہ نظر سے نہیں جانچنا چاہیے، اسلام کے مغربی قوموں کے سامنے اصلی معنوں میں پیش کرنے کا کام، اسلام کو مغربی قوموں کے سامنے اصلی معنوں میں پیش کرنے کا کام فرقہ بندی سے کہیں زیادہ اوپر ہے، کہتے کہ فرقہ بندی اس کے سامنے ایچ ہے۔ اسی رائے کو لے کر میں اس مجمع میں شامل ہوا ہوں۔ ہوں پھر دیکھیے کہ جڑے برطانوی پادری سی، برطانوی جڑے عیسائی پادری سی، انہوں کا اگو رد عمل کی ہویا ہے، انہوں نے اخبار چ لکھیا، اچھا لکھتے ہیں جی، جنہوں نے نہ صرف تقریب افتتاح میں شامل ہونے سے انکار کیا بلکہ مسجد کی مخالفت کی۔ چنانچہ آرچ بشپ آف انگلینڈ کے سب سے بڑے پادری، پروٹیسٹنٹس پادری، جڑے عام طور پہ لڑائی جھگڑے والے نہیں، یہ فرقہ پروٹیسٹنٹس نے دعوت رکا کے جواب میں لکھا، آپ آسانی سے سمجھ لیں کہ میرے لیے مسلمانوں کی کسی تقریب میں شامل ہونا موضوع نہ ہوگا۔ اسی طرح رومن کیتھولک کے سب سے بڑے پادری نے جواب دیا کہ آپ جانتے ہیں کہ ہم کسی اور مذہب کی عبادت میں شمولیت نہیں کر سکتے، کیونکہ ہمارا یقین ہے کہ ایمان عبادت پر مقدم ہے۔ انہیں تعصب سی نا، اور کی سی، ٹھیک ہے۔ لارڈ پادری صاحب کی خدمت میں لکھا گیا کہ ہم نے آپ کو عبادت میں شریک کرنے کے لیے نہیں بلایا، بلکہ انہوں نے دسیا بھی کہ تمہیں عبادت شامل نہیں کرنے واسطے بلایا، بلکہ تقریب جی افتتاح کرنے شامل ہونا ہے، افتتاح ہونا ہے مسجد کا، تو تقریب شامل ہو، مگر انہوں نے معذوری ظاہر کر دی۔ اور مسیح جڑے عیسائیوں کا ایک فرقہ سی، انہوں کا اخبار سی، انہیں لکھیا بیپٹسٹ، ٹھیک ہے، جڑا بیپٹسما دیں نا، اس نام کا اخبار سی، انہوں نے لکھا کہ اس مسجد کی تعمیر کو ایک چیلنج سمجھنا چاہیے، مغرب اب تک مشرق کو مذہباً اپنے ساتھ ملانے کی کوشش کرتا رہا ہے، مگر افسوس کہ اس نے اپنی طاقت کو اپنے گھر میں ہی کمزور کر دیا۔ اس کا نتیجہ یہ ہے کہ اب مشرق بھی مغرب کی طرف دیکھنے لگا ہے، اب مسلمانوں کی اذان کا نعرہ اس سرزمین میں سنایا جانے والا ہے۔ اس کے بعد اس اخبار نے پادریوں پر اعتراض کیا جو افتتاح میں شریک ہوئے، اور متنبہ کیا کہ اگر عیسائیت کا کوئی حقیقی دشمن ہے تو وہ اسلام ہی ہے۔ اس طرح مسٹر لارنس نے ایک بحث کے دوران اس امر پر بہت حیرت کا اظہار کیا کہ انگلستان کی تمام مسیحی جماعتوں نے کیوں متحد ہو کر ایسا مقابلہ نہ کیا کہ اس سرزمین پر یہ مسجد تعمیر ہی نہ ہو سکتی۔ اے تکلیف سی اس مسجد کی، کیوں کہ اتنے اللہ کا نام بلند ہونا سی، اسلام کا نام بلند ہونا سی، حضرت صلی اللہ علیہ وسلم کا نعرہ لگنا سی، اتنے خدا واحد کا نام لیا جانا سی، انہوں نے سمجھ آ گئی سی کہ پہ ہوتا ہے، اور یہ پھر بدلا انہوں نے لیا 24 سال بعد، جڑا تحریک احرار کھڑی کی گئی، اور انہوں نے ہندوستان چاہیے کو پھر بدلا لیا۔ وہ ایک الگ نوی لمبی داستان ہے، بڑی دردناک داستان ہے، کس طرح انہوں نے ملاں خریدے، کس طرح عیسائیوں نے یہ کام کیتا، کس طرح انہوں پیسے دے کے باقاعدہ، یہ اور بھی کئی وجوہات نے، مثلا فار ایگزامپل جڑا اسرائیل ہے وہ شاید 1924-25 بن جاتا، مگر الحمدللہ جماعت احمدیہ سارے جڑے دوسرے امام سے انہوں کی کوششوں کے نال وہ 25 سال مسئلہ اگے ٹر گیا، 1949 گھٹ 50 بنیا وہ، مگر اس طرح یہ طریقہ یہ اسلام کی خدمت کا طریقہ سے، اس کی تکلیف کی ہوئی ہے، مثلا وہ سانوں جڑا سارے مقابلے کے کس طرح سائی سارے ڈبیٹ سارے جرکتے ہیں، مناظرہ نہیں کرتے، وہی ایک مثال میں تمہیں دینا، یہ میرے خود اپنے اتنے گزری ہے۔ ایک دن سنڈے کا دن سی، اتوار کا دن سی، میں گھر بیٹھے ہیں تو دروازہ ناک ہویا، منو کہندے نے کہ میں باہر نکلیا جا کے ہیلو آئے کی جناب اسی تمہیں خدا دیا گلیں سنا چاہتے، میں بڑی خوشی جناب آؤ بہ کے گل کرنے، تو کہتے میں کہ نام کی، میں میرا نام مبارک احمد بٹ، وہ کہتے آر یو بلانگ ٹو احمدیہ مسلم ایسوسیشن، میں کہ جی،
ਫਿਰ ਫੌਰਨ ਹੈਵ ਅ ਗੁੱਡ ਡੇ ਕਰਕੇ ਤੇ ਨੱਸ ਗਈ। ਮੈਂ ਕਿਹਾ ਯਾਰ ਬਹੁਤ ਸੀ ਬਹਿ ਕੇ ਗੱਲ ਕਰਨੇ। ਕਹਿੰਦਾ ਨੋ ਨੋ ਨੋ। ਤੇ ਫਿਰ ਇੱਕ ਹੋਰ ਬੱਟ ਸਾਹਿਬ ਨੇ ਜਿਹੜੇ ਸ੍ਰੀਨਗਰ ਕਸ਼ਮੀਰ ਮਕਬੂਜ਼ਾ ਕਸ਼ਮੀਰ ਦੇ ਨੇ, ਜ਼ਹੂਰ ਰਸੂਲ ਬੱਟ ਸਾਹਿਬ, ਕਹਿੰਦੇ ਨੇ ਉਹ ਤੁਹਾਡੇ ਰਿਸ਼ਤੇਦਾਰ ਨੇ? ਮੈਂ ਕਿਹਾ ਜੀ। ਕਿਸ ਤਰ੍ਹਾਂ? ਮੈਂ ਕਿਹਾ ਜੀ ਉਹਨਾਂ ਨਾਲ ਨਜ਼ਰਿਆਤੀ ਰਿਸ਼ਤਾ ਹੀ ਹੈ ਸਾਡਾ, ਉਹ ਵੀ ਅਹਿਮਦੀ ਭਾਈ ਨੇ। ਅਤੇ ਉਹਦੀ ਵਜ੍ਹਾ ਇਹ ਸੀ ਕਿ ਉਹਨਾਂ ਦੀ ਬੱਟ ਸਾਹਿਬ ਤੇ ਉਹ ਕਿਉਂ ਨੱਸਦੇ ਸੀ, ਉਹ ਜਮਾਤ ਕਿਉਂ ਨੱਸਦੇ ਸੀ, ਕਿਉਂਕਿ ਇੱਕ ਉਹਨਾਂ ਨਾਲ ਮੁਨਾਜ਼ਰਾ ਹੋਇਆ ਸੀ ਔਰ ਜਿਹਦੇ 'ਚ ਮੈਂ ਖੁਦ ਸ਼ਾਮਲ ਸੀ। ਜਿਸ ਵਕਤ ਬਾਈਬਲ 'ਚੋਂ ਹਵਾਲੇ ਕੱਢ ਕੇ ਸਦਾਕਤ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਪੇਸ਼ ਕੀਤੀ ਬੱਟ ਸਾਹਿਬ ਨੇ, ਅਤੇ ਪਾਦਰੀ ਉਹਨਾਂ ਦੇ ਮੁਕਾਬਲੇ 'ਤੇ ਆਜਿਜ਼ ਆ ਗਏ ਸੀ। ਔਰ ਹੋਰ ਵੀ ਇਹਦੇ ਜ਼ਿੰਦਾ ਗਵਾਹ ਇਸ ਵਾक़ੇ ਦੇ ਮੌਜੂਦ ਨੇ, ਮਗਰ ਗੱਲ ਲੰਮੀ ਹੁੰਦੀ ਪਈ। ਦੀਗਰ ਸਿਆਸੀ ਵਜੂਹਾਤ ਮੈਂ ਤੁਹਾਨੂੰ ਦੱਸਾਂਗਾ। ਜਮਾਤ ਅਹਿਮਦ ਦਾ ਕਿਆਮ ਹੀ ਅਲਹਮਦੁਲਿਲਾ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਦਾ ਜ਼ਮਾਨਾ ਜਿਹੜਾ ਸੀ ਨਾ, ਉਹ ਤਕਮੀਲੇ ਹਦਾਇਤ ਦਾ ਜ਼ਮਾਨਾ ਸੀ ਔਰ ਨਜ਼ੂਲੇ ਹਦਾਇਤ ਦਾ ਜ਼ਮਾਨਾ ਸੀ। ਇਹ ਤਕਮੀਲੇ ਇਸ਼ਾਅਤ ਇਸਲਾਮ ਹਦਾਇਤ ਦਾ ਜ਼ਮਾਨਾ ਹੈ। ਔਰ ਜਮਾਤ ਅਹਿਮਦ ਤਾਂ ਸਿਰਫ ਨਜ਼ਰੀਏ ਇਸਲਾਮ ਦੀ ਇਸ਼ਾਅਤ ਕਰਨਾ। ਔਰ ਜਿਤਨੇ ਵੀ ਮੁੱਲਾ ਮਲਵਾਣੇ ਜਿਹੜੇ ਦੂਸਰੇ ਹੈ ਨੇ, ਮੈਂ ਤਮਾਮ ਮੁਸਲਮਾਨ ਭਾਈਆਂ ਅੱਗੇ ਗੁਜ਼ਾਰਿਸ਼ ਕਰਨਾ, ਜਿਹੜੇ ਸ਼ਰੀਫ ਲੋਕ, ਕਿ ਕਦੇ ਵੀ ਆਪਣਾ ਈਮਾਨ ਮੁੱਲਾਂ ਦੇ ਹੱਥ ਨਾ ਦਿਓ, ਖੁਦ ਤਹਿਕੀਕ ਕਰੋ ਔਰ ਖੁਦ ਦੇਖੋ ਕਿ ਜਮਾਤ ਅਹਿਮਦ ਨੇ ਕੀ ਖਿਦਮਾਤ ਕੀਤੀਆਂ ਨੇ ਇਸਲਾਮ ਦੀਆਂ। ਠੀਕ ਹੈ। ਔਰ ਪਾਕਿਸਤਾਨ ਬਣਨ ਵਿੱਚ ਕੀ ਖਿਦਮਾਤ ਅੰਜਾਮ ਕੀਤੀਆਂ ਨੇ। ਇਸ ਤੋਂ ਬਾਅਦ ਸਾਨੂੰ ਡਰਾਇਆ ਜਾ ਰਿਹਾ ਸੀ ਕਿਆਦਤ ਨੂੰ, ਜਮਾਤ ਨੂੰ, ਕਿ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਨਾਲ ਕੀ ਹੋਵੇਗਾ। ਉਸ ਵਕਤ ਸਾਡੇ ਖਲੀਫਾ ਨੇ ਕਿਹਾ ਸੀ, ਖਲੀਫਾ ਮਸੀਹ ਸਾਨੀ ਰਜ਼ੀ ਅੱਲਾਹੁ ਤਾਲਾ ਮਿਰਜ਼ਾ ਮਹਿਮੂਦ ਅਹਿਮਦ ਸਾਹਿਬ, ਉਹਨੇ ਕਿਹਾ ਸੀ ਕਿ ਸਾਡੇ ਮੁਸਲਮਾਨ ਪਰ ਅਸੀਂ ਹਰ ਸੂਰਤ ਉਹਨਾਂ ਦਾ ਸਾਥ ਦੇਣਾ। ਸਾਡਾ ਜਵਾਬ ਉਹ ਜਿਹੜਾ ਯੂਸਫ ਅਲੈਹਿਸਲਾਮ ਨੇ ਆਪਣੇ ਭਰਾਈਆਂ ਨੂੰ ਦਿੱਤਾ ਸੀ, ਸਾਡਾ ਉਹ ਸਲੂਕ ਹੋਵੇਗਾ। ਤੁਸੀਂ ਬਰਾਦਰਾਨੇ ਯੂਸਫ ਨਾ ਬਣੋ, ਖੁਦ ਯੂਸਫ ਬਣਨ ਦੀ ਕੋਸ਼ਿਸ਼ ਕਰੋ। ਮੇਰੀ ਇਹੀ ਗੁਜ਼ਾਰਿਸ਼ ਹੈ ਅੱਜ। اللہ تعالیٰ دے والا۔ السلام علیکم ورحمۃ اللہ۔